ਇਹ ਜੀ ਘਰ ਸਰਦਾਰ ਸੂਬੇਦਾਰ ਠਾਕਰ ਸਿੰਘ ਦਾ। ਹਾਂ ਸੂਬੇਦਾਰ ਠਾਕਰ ਸਿੰਘ ਉਹ ਲਿਖਿਆ। ਇਹ ਲਿਖਿਆ ਜੀ ਤੇ ਸੂਬੇਦਾਰ ਠਾਕਰ ਸਿੰਘ। ਇਹ ਪੌੜੀਆਂ ਜਨਾਬ ਤੁਸੀਂ ਵੇਖ ਲਓ ਕਿ ਇਹ ਛੋਟੀ ਇੱਟ ਤੇ ਵੱਡੀ ਇੱਟ। ਦੱਸ ਦਿਨ ਜਦੋਂ ਵੀ ਅਸੀਂ ਉੱਥੋਂ ਜੁੜ ਕੇ ਆਏ ਹਾਂ, ਇਸ ਤਰੀਕੇ ਨਾਲ ਅਸੀਂ ਜੁੜ ਕੇ ਆਏ ਹਾਂ। ਬੜੀ ਤਕਲੀਫਾਂ ਕੱਟੀਆਂ ਨੇ, ਬੜੀ ਮੁਸ਼ਕਲਾਂ ਨਾਲ ਇੱਥੇ ਪਹੁੰਚੇ। 6 ਮਹੀਨੇ ਬਾਅਦ ਆ ਕੇ ਸਾਡੀ ਮੁਲਾਕਾਤ ਵਾਲਦਾ ਨਾਲ ਹੋਈ ਹੈ ਲਾਹੌਰ ਆ ਕੇ। ਅੱਛਾ ਇੱਥੇ ਕੀ ਸੀ ਜੀ? ਦਰਵਾਜ਼ਾ ਜੀ ਕਿੱਧਰ ਨੂੰ? ਇੱਥੇ ਆ ਦਰਵਾਜ਼ਾ ਜੀ ਹਾਂਜੀ ਇੱਥੇ ਸੀ ਦਵਾਲ ਨਿਕਲੀ। ਠੀਕ ਹੈ ਠੀਕ ਹੈ। ਸਾਰਾ ਖਾਲੀ ਸੀ, ਯਾਨੀ ਇਹ ਖਾਲੀ ਸਨ ਤੇ ਇਹ ਦਰਵਾਜ਼ਾ ਸੀ ਤੇ ਜਾਲੀ ਪਹਿਲੀ ਹੋਈ ਹੈ। ਜਾਲੀ ਪਹਿਲੀ ਉਹਦਾ ਪਿੱਲਰ ਵੀ ਪਹਿਲਾਂ ਹੀ। ਵਾਹ ਜੀ ਵਾਹ। ਅੱਛਾ ਅੱਛਾ ਵਾਹ ਵੇਖ ਜੀ ਇਹ ਦੇਖੋ ਨਕਸ਼ਨਕਾਰੀ ਵੀ ਤੇ ਹੋਈ ਹੈ। ਹਾਂ ਸ਼ੇਡ ਉੱਪਰ ਵਾਲੀ ਸ਼ੇਡ ਤੇ ਇਹ ਸ਼ੇਡ ਇਹ ਵੀ ਜਨਾਬ ਪਹਿਲੀ ਹੈ ਤੇ ਇਹ ਦੇਖੋ ਪਿੱਲਰ। ਵਾਹ ਜੀ ਜ਼ਾਰੀ ਬਾਤ ਹੈ ਤੁਸੀਂ ਉਹਦੇ ਕੋਈ ਰਕਬਾ ਸੀ, ਤੁਸੀਂ ਅਮੀਰ ਸੋਦਰੀ ਤੇ ਕੋਈ ਲੈ ਕੇ ਵੀ ਆਏ ਬਜ਼ੁਰਗ ਕਿ ਨਹੀਂ? ਕੁਛ ਨਹੀਂ ਸਵਾਏ ਤਨ ਦੇ ਕੱਪੜਿਆਂ ਦੇ, ਕੁਛ ਨਹੀਂ, ਬਲਕਿ ਰਾਹ ਚ ਆ ਕੇ ਮਜ਼ਦੂਰੀਆਂ ਟਾਈਪ ਕੀਤੀਆਂ ਨੇ ਭਈ ਆਪਣਾ 2 ਵਕਤ ਦੀ ਰੋਟੀ ਜਿਹੜਾ ਵਾਹ ਜੀ ਵਾਹ ਸਟੋਰ ਟਾਈਪ ਹੈਗਾ। ਅੱਛਾ ਇਹ ਮਰਾ ਸੀੜੀਆਂ ਦੀ ਬਣੀ ਥੱਲੇ। ਕੀ ਕਾਹਦਾ ਦਰਵਾਜ਼ਾ? ਉਹ ਇੱਥੇ ਵੀ ਉਹ ਬਣੇ ਪੁਰਾਣਾ ਜਿਹੜਾ ਸੀ। ਉਹਦੀ ਕਰੀ ਜਰਾ ਕਲਾਮ ਹੈ। ਚਲੋ ਆ ਜਾ। ਵਾਹ ਜੀ ਵਾਹ। ਇਹ ਜੀ ਘਰ ਸਰਦਾਰ ਸੂਬੇਦਾਰ ਠਾਕਰ ਸਿੰਘ ਦਾ। ਹਾਂ ਸੂਬੇਦਾਰ ਠਾਕਰ ਸਿੰਘ ਉਹ ਲਿਖਿਆ। ਇਹ ਲਿਖਿਆ ਜੀ ਤੇ ਸੂਬੇਦਾਰ ਠਾਕਰ ਸਿੰਘ। ਇਹ ਜਨਾਬ ਬਿਹਤਰੀਨ ਅਸਲ ਹਾਲਤ ਚ ਘਰ ਮੌਜੂਦ ਤੇ ਪਿੰਡ ਢੋਡਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ। ਇਹ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਚ ਆਉਂਦਾ ਜੀ? ਬਿਲਕੁਲ। ਵਾਹ ਜੀ ਵਾਹ। ਅੱਜ ਕੱਲ ਤੇ ਯੂਸੀ ਢੋਡਾ ਹੁਣ ਯੂਸੀ ਬਣ ਗਈ। ਇਹ ਕਿੰਨਾ ਕੁ ਵੱਡਾ ਪਿੰਡ ਹੈਗਾ? ਪਿੰਡ ਬੜਾ ਵੱਡਾ। ਅੱਛਾ ਪਿੰਡ 9 ਨਵੇਂ ਪਿੰਡ। 9 ਲੰਬੜਦਾਰ ਨੇ ਤੋਏ। ਇੱਕ ਤੇ ਆਹ ਹੁੰਦਾ ਤੁਹਾਡੇ ਸਾਹਮਣੇ। ਵਾਹ ਜੀ ਵਾਹ। ਇਹ ਭਾਈ ਸਾਡਾ ਵੱਡਾ। ਅੱਛਾ ਅੱਛਾ। ਇਹ ਤਾਂ ਛੋਟਾ, ਇਹ ਵੱਡਾ ਹੈ। ਇਹ ਵੱਡੀ ਭਾਈ। ਅੱਛਾ ਅੱਛਾ। ਉਹ ਪੌੜੀਆਂ ਵੀ ਉਹੀ ਨੇ। ਵਾਹ ਜੀ ਵਾਹ। ਅਸਲ ਜਿਹੜੀਆਂ ਓਰੀਜਨਲ ਪੌੜੀਆਂ ਜਨਾਬ ਤੁਸੀਂ ਵੇਖ ਲਓ ਕਿ ਇਹ ਛੋਟੀ ਇੱਟ ਤੇ ਵੱਡੀ ਇੱਟ। ਕਿਆ ਬਾਤ ਹੈ ਜੀ। ਹੁਣ ਤੇ ਜੀ ਘਰ ਵੈਸੇ ਜਿਹੜੇ ਨੇ ਪੁਰਾਣੇ ਮੁੱਕਦੇ ਜਾ ਰਹੇ ਨੇ ਯਾਦਾਂ, ਲੇਕਿਨ ਜਿਹੜੇ ਹੈ ਨੇ ਹਲੇ ਵੀ ਉਹ ਤੁਹਾਨੂੰ ਦਿਖਾ ਰਹੇ ਆ। ਤੇ ਇਹ ਸੂਬੇਦਾਰ ਠਾਕੁਰ ਸਿੰਘ ਦਾ ਘਰ ਜੀ। ਇਹ ਲਿਖਿਆ ਉੱਤੇ ਸੂਬੇਦਾਰ ਠਾਕੁਰ ਸਿੰਘ। ਤੇ ਤੁਹਾਨੂੰ ਥੋੜਾ ਜਿਹਾ ਵਿਖਾ ਲਿਆ ਅੰਦਰੋਂ। ਇਹ ਦੇਖੋ ਜਨਾਬ ਛੱਤ। ਰਾਜ ਸਾਹਿਬ ਇਹ ਆਪਣਾ ਛੱਤ ਜਿਹੜੀ ਇਹ ਓਰੀਜਨਲ ਹੀ ਹੈ ਨਾ? ਕੋਈ ਚੇਂਜਿੰਗ ਨਹੀਂ? ਲੰਮੇ ਬਾਲੇ। ਵਾਹ। ਤੇ ਇਹ ਜਿਹੜੇ ਬਾਕੀ ਚੀਜ਼ਾਂ ਦਰਵਾਜ਼ੇ ਵੀ ਸਾਰੇ ਜਿੰਨੇ ਵੈਂਟੀਲੇਸ਼ਨ ਰੋਸ਼ਨਦਾਨ ਇਹ ਸਭ ਉਹੀ ਹੈ ਓਰੀਜਨਲ ਹਾਲਤ। ਕਿਆ ਬਾਤ ਹੈ ਜੀ। ਵੇਖੋ ਤੁਸੀਂ ਜਨਾਬ ਇਹ ਮੇਰਾ ਖਿਆਲ ਜਿਸ ਤਰ੍ਹਾਂ ਦੀ ਰਾਣਾ ਸਾਹਿਬ ਇਹਦੀ ਕੰਡੀਸ਼ਨ ਹੈ ਇਹ ਤਾਂ ਲੱਗਦਾ ਕਿ 100 ਸਾਲ ਹੋਰ ਵੀ ਕੱਢ ਸਕਦਾ। ਇhtiyat ਨਾਲ ਵਰਤੀ ਜਾਓ ਕਿਉਂਕਿ ਇਹ ਤੇ ਬਿਲਕੁਲ ਜਿਹੜਾ ਨਾ ਉਹਨਾਂ ਦਾ ਹੀ ਕੋਈ ਦਰਵਾਜ਼ਾ ਇੱਕ ਕਮਰਾ। ਪੌੜੀਆਂ ਥੱਲੇ ਸਟੋਰ ਟਾਈਪ ਬਣਿਆ। ਵਾਹ ਜੀ ਵਾਹ ਸਟੋਰ ਟਾਈਪ ਹੈਗਾ। ਅੱਛਾ ਇਹ ਮਰਾ ਸੀੜੀਆਂ ਦੀ ਬਣੀ ਥੱਲੇ। ਜਿਹੜੀਆਂ ਥੱਲੇ ਕਿਆ ਬਾਤ ਹੈ ਜੀ। ਉਦੋਂ ਕੋਈ ਲੈਂਟਰ ਨਹੀਂ ਸੀ। ਇਹ ਇਸੇ ਤਰ੍ਹਾਂ ਹੀ ਵੇਖੋ ਜਿਹੜਾ ਇੱਟਾਂ ਦਾ ਹੀ ਬਣਾਇਆ ਹੋਇਆ ਇਹਨਾਂ ਨੇ। ਵਾਹ ਜੀ ਵਾਹ। ਵੇਖੋ ਵਾਕਈ ਜੀ ਕੋਈ ਲੈਂਟਰ ਨਹੀਂ ਆ। ਤੁਸੀਂ ਦੇਖ ਸਕਦੇ ਹੋ ਕਿ ਸਿਰਫ ਇੱਟਾਂ ਨੇ, ਕੋਈ ਸੀਮੈਂਟ ਸਰੀਆ ਨਹੀਂ, ਕੋਈ ਪਤਾ ਨਹੀਂ ਕਿਹੜੀ ਟੈਕਨੋਲੋਜੀ ਸਾਡੇ ਪੁਰਾਣੇ ਬਜ਼ੁਰਗਾਂ ਨੇ ਇਸਤੇਮਾਲ ਕੀਤੀ ਹੈ ਮਿਸਤਰੀਆਂ ਨੇ। ਤੇ ਇਹ ਜਨਾਬ ਤੁਹਾਨੂੰ ਦਿਖਾ ਰਿਹਾ ਹੁਣ ਕਮਰਾ। ਇਹ ਜਨਾਬ ਉਹਨਾਂ ਦਾ ਮੇਨ ਬੈਡਰੂਮ ਸੀ ਉਹ ਜਿਹੜਾ ਬਣਿਆ। ਤੇ ਇਹ ਦੇਖੋ ਤੇ ਜੀ ਤਿਆਰੀ ਚ ਧੀਰੀਆਂ। ਇਹ ਵੇਖੋ ਤੁਸੀਂ ਅੰਗੀਠੀਆਂ। ਅੱਛਾ ਲੱਕੜ ਦੀ ਜਿਹੜੀ ਲੱਕੜ ਦੀ ਜਿਹੜੀ ਵਾਹ ਜੀ ਵਾਹ। ਇਹ ਜਨਾਬ ਲੱਕੜ ਦੀ ਹੈਗੀ ਅੰਗੀਠੀ ਬਣੀ ਦੀ ਬਰਤਨ ਵਗੈਰਾ ਰੱਖਣ ਵਾਸਤੇ। ਤੇ ਜਨਾਬ ਇਹ ਦੇਖੋ ਉਹੀ ਲੱਕੜ ਤੇ ਉਹਨਾਂ ਦੇ ਹੱਥਾਂ ਦੀ ਲੱਗੀ ਤੇ ਇਹ ਜਨਾਬ ਸਿਰਫ ਭਾਂਡੇ ਚੇਂਜ ਹੋ ਗਏ ਨੇ ਤੇ ਬਾਕੀ ਹਾਂਜੀ ਜਾਂ ਚੀਜ਼ ਚੇਂਜ ਹੋਏ ਵਾਕਈ। ਤੇ ਇਹ ਜਨਾਬ ਤੁਸੀਂ ਦੇਖੋ ਇਹ ਵੀ ਉਹੀ ਹੈ ਜੀ
ਲੋ ਜਨਾਬ ਇਹ ਦੇਖ ਲਓ ਮਾਸ਼ਾਅੱਲਾ ਕਿੱਡਾ ਖੂਬਸੂਰਤ ਕੰਮ ਹੋਇਆ ਹੈ। ਜਿਹੜੀ ਕਿ ਸਿੰਪਲ ਜੀ ਨਕਸ਼ਨਕਾਰੀ ਵੀ ਹੈ ਤੇ ਇਹ ਵੀ ਜਨਾਬ 2 ਅੰਗੀਠੀਆਂ ਇਹ ਉੱਤੇ ਛੱਤੀਆਂ ਨੇ, ਇੱਕ ਇਹ ਤੇ ਇੱਕ ਇਹ ਤੇ ਇਹ ਜਨਾਬ ਆ ਸਾਈਡ ਤੇ ਅਗਰ ਆ ਜਾਓ ਤੁਸੀਂ, ਇਹ ਹੈਗਾ ਇਹ ਅਸੀਂ ਬਣਾਇਆ ਸੀ ਹਾਂਜੀ ਉਦੋਂ ਦਾਣੇ ਪਾਉਣ ਵਾਸਤੇ, ਠੀਕ ਹੈ ਜ਼ਿੰਮੇਦਾਰ ਜੋ ਸੀ ਬਿਲਕੁਲ। ਤੇ ਫਿਰ ਬਣਾਈਆਂ ਸਨ ਜਦੋਂ ਬੋਲਦੇ ਨੇ ਕੋਠੀਆਂ ਬਣਾਈਆਂ ਦਾਣੇ ਪਾਉਣ ਵਾਲੀਆਂ, ਜਿਸ ਤਰ੍ਹਾਂ ਕਿ ਕਹਿ ਲਓ ਕਿ ਦੂਜੇ ਲਫ਼ਜ਼ ਕੋਈ ਪੜੋਲਾ ਟਾਈਪ, ਹਾਂ ਵਾਹ ਜੀ ਵਾਹ। ਇਹ ਜਨਾਬ ਜੀ 2 ਪੜੋਲੇ ਸਨ ਉਹਨਾਂ ਦੇ, ਲੇਕਿਨ ਹੁਣ ਤੇ ਇਹ ਜਨਾਬ ਉੱਤੇ ਛੱਤਾਂ ਦਾ ਛੱਤਨ ਵੀ ਆ ਗਿਆ। ਵਾਲ ਸਾਹਿਬ ਦੇ ਰਕਬਾ ਸੀ 55 ਏਕੜ, ਅੱਛਾ ਫਿਰ ਜ਼ਾਹਿਰ ਹੈ ਫਿਰ ਦਾਣੇ ਵਿੱਚ ਪਾਸ਼ੜੀ ਦੱਸਣ। ਲਓ ਜੀ ਇਹ ਵੇਖੋ ਤੁਸੀਂ ਬਿਹਤਰੀਨ ਇੱਕ ਇਹ ਕਮਰਾ ਜੀ, ਕੀ ਬਾਤ ਹੈ। ਇਹ ਦੇਖੋ ਇਹਦੇ ਜਨਾਬ ਪਿੱਛੇ ਵੀ ਕਮਰਾ ਹੈ। ਵਾਹ ਜੀ ਵਾਹ। ਦੇਖੋ ਜੀ ਪੁਰਾਣੇ ਰੋਸ਼ਨਦਾਨ ਅੱਜ ਵੀ ਮੌਜੂਦ ਨੇ ਤੇ ਉਹੀ ਇਹਦੀ ਵੀ ਓਰੀਜਨਲ ਛੱਤ, ਸਿਰਫ ਪੱਖਾ ਵਿੱਚ ਇਹ ਮੇਰਾ ਖਿਆਲ ਆਇਆ ਨਵੇਂ ਦੌਰ ਦੀ ਜਿਹੜੀ ਹੈ ਕਿ ਜਦੀਦ ਦੌਰ ਦੀ। ਤੇ ਇਹ ਜਨਾਬ ਆ ਗਿਆ ਕੀ ਕਹਿੰਦੇ ਨੇ ਇਹਦਾ ਅੱਗੇ ਹੋਰ ਕਮਰਾ। ਰਾਣਾ ਸਾਹਿਬ ਪਹਿਲੇ ਮਕਾਨਾਂ ਦੀ ਖਾਸੀਅਤ ਸੀ ਕਿ ਕਮਰੇ ਬੜੇ ਬਣਾ ਦਿੰਦੇ ਸਨ, ਭਾਵੇਂ ਛੋਟੇ ਛੋਟੇ ਨੇ, ਲੇਕਿਨ ਉਹ ਕਮਰੇ ਜਿਹੜੇ ਨਾ ਫੈਮਿਲੀ ਦੇ ਹਿਸਾਬ ਨਾਲ ਕਿ ਚਲੋ। ਵਾਹ ਜੀ ਵਾਹ। ਇਹ ਬਾਹਰ ਨੂੰ ਖੁੱਲਦੀ ਹੈ। ਵਾਹ ਜੀ ਵਾਹ। ਇਹ ਪੁਰਾਣੀ ਹੀ ਬਣੀ ਹੈ ਨਾ ਸਾਰੀ, ਉਹੀ ਸਾਰਾ। ਵਾਹ ਜੀ ਵਾਹ ਕਿਆ ਬਾਤ ਹੈ। ਵੇਖੋ ਜੀ ਖੁੱਲੇ ਹਵਾਦਾਰ ਕਮਰੇ ਤੇ ਇਹ ਇਹਦਾ ਦਰਵਾਜ਼ਾ ਜਿਹੜਾ ਅੱਗੇ ਤੁਹਾਨੂੰ ਬੈਡਰੂਮ ਹਾਲੇ ਉਹਦੇ ਚ ਖੁੱਲਦਾ। ਅਲਮਾਰੀਆਂ ਪੁਰਾਣੀ ਲੱਕੜ ਦੀਆਂ ਬਣੀਆਂ ਜਨਾਬ। ਵਾਹ ਜੀ ਵਾਹ ਕਿਆ ਬਾਤ ਹੈ। ਜ਼ਬਰਦਸਤ। ਇਹ ਜਨਾਬ ਸੂਬੇਦਾਰ ਠਾਕੁਰ ਸਿੰਘ ਦਾ ਘਰ 47 ਤੋਂ ਪਹਿਲਾਂ। ਸੀੜੀਆਂ ਜੀ ਕਿਆ ਬਾਤ ਹੈ। ਵਾਹ ਜੀ ਵਾਹ ਜੀ ਵਾਹ। ਇਹ ਹੈਗਾ ਜੀ ਸੀੜੀਆਂ ਦਾ ਮੰਜ਼ਰ, ਓਰੀਜਨਲ ਸੀੜੀਆਂ ਜਿਹੜੀਆਂ ਨੇ ਇਹ ਸੂਬੇਦਾਰ ਠਾਕੁਰ ਸਿੰਘ ਦੇ ਘਰ ਦੀਆਂ ਤੁਹਾਨੂੰ ਦਿਖਾ ਰਹੇ ਆ। ਤੇ ਇਹ ਆ ਗਈ ਇਹਦੀ ਛੱਤ। ਇਹ ਪਰਦੇ ਮੇਰੇ ਹਾਲ ਨਵੇਂ ਨੇ, ਨਵੇਂ ਕੀਤੇ ਤੇ ਪੁਰਾਣੇ ਪਰਦੇ ਟੁੱਟ ਗਏ, ਕਬੂਤਰ ਵੀ ਨਵੇਂ ਨੇ, ਕਬੂਤਰ ਵੀ ਨਵੇਂ। ਇਹ ਵੀ ਸਿੱਖਾਂ ਦੇ ਨੇ। ਨਹੀਂ ਨਹੀਂ ਆ ਕਬੂਤਰ ਸਿੱਖਾਂ ਦੇ ਭਾਈ ਬਣਾ ਲਓ। ਤੇ ਇਹ ਜਨਾਬ ਪਿੰਡ ਹੈ ਢੋਡਾ, ਬੜਾ ਵੱਡਾ ਪਿੰਡ ਹੈ ਇੱਥੇ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਹ ਜਨਾਬ ਤੁਹਾਨੂੰ ਤਾਂ ਬਹਾ ਰਿਹਾ ਹਲਕਾ ਜਿਹਾ ਵਿਊ। ਤੇ ਇਹ ਨਾਲ ਸਾਡੇ ਦੋਸਤ ਭਾਈ ਜਿਹੜੇ ਇਸ ਘਰ ਦੇ ਵਾਸੀ ਨੇ, ਬੱਚੇ ਨੇ। ਤੇ ਇਹ ਜਨਾਬ ਉਹ ਪੁਰਾਣਾ ਘਰ, ਤੇ ਬਾਕੀ ਉਹ ਘਰ ਤੇ ਨਵੇਂ ਬਣ ਗਏ ਨੇ। ਤੇ ਇਹ ਤੁਸੀਂ ਦੇਖੋ ਇਹ ਇੱਟਾਂ ਉਹ ਹੀ ਲੱਗੀਆਂ ਨੇ, ਇਹ ਜਿਹੜਾ ਡਿਜ਼ਾਈਨਿੰਗ ਹੈ ਨਾ ਇਹ ਉਹੀ ਪੁਰਾਣੀ। ਵਾਹ ਜੀ ਵਾਹ। क्या बात है जी। अस्सलाम वालेकुम दोस्तों, मैं औरंगजेब बेग और ਅੱਜ ਦੀ ਬੜੀ ਦਿਲਚਸਪ ਵੀਡੀਓ ਹੈ ਕਿ ਪਸਰੂਰ ਤਹਿਸੀਲ ਤੇ ਜ਼ਿਲ੍ਹਾ ਸਿਆਲਕੋਟ ਦਾ ਪਿੰਡ ਢੋਡਾ, ਜਿਹੜਾ ਕਿਹਾ ਜਾਂਦਾ ਕਿ ਬਹੁਤ ਵੱਡਾ ਨੌਨਾਵੇਂ ਪਿੰਡ ਹੈ, ਉਹਦੇ ਵਿੱਚ ਮੈਂ ਮੌਜੂਦ ਹਾਂ। ਤੇ ਇਹ ਵੀ ਕਿਆਮੇ ਪਾਕਿਸਤਾਨ ਤੋਂ ਪਹਿਲੇ, ਵੰਡ ਤੋਂ ਪਹਿਲੇ ਹਿੰਦੂ, ਸਿੱਖ, ਖੱਤਰੀ ਬਹੁਤ ਜ਼ਿਆਦਾ ਤਾਦਾਦ ਇੱਥੇ ਰਹਿੰਦੇ ਹੁੰਦੇ ਸਨ, ਗੋ ਕਿ ਫਿਰ ਉਹ ਚਲੇ ਗਏ। ਉਹਦੇ ਵਿੱਚ ਇੱਕ ਘਰ ਇੱਕ ਐਸਾ ਹੈਗਾ ਜਿਹੜਾ ਮੇਰੇ ਤੁਸੀਂ ਆ ਪਿੱਛੇ ਦੇਖ ਰਹੇ ਹੋ, ਇਹਦੇ ਤੇ ਹਲੇ ਵੀ ਲਿਖਿਆ ਹੈ ਸੂਬੇਦਾਰ ਠਾਕੁਰ ਸਿੰਘ। ਅਸਲੀ ਹਾਲਤ 'ਚ ਘਰ ਮੌਜੂਦ ਹੈ। ਬੜਾ ਮਜ਼ਾ ਆਇਆ ਇੱਥੇ ਆ ਕੇ, ਕਿਉਂਕਿ ਜਿਹੜੇ ਘਰ ਵਾਲੇ ਇੱਥੇ ਬਾਸੀ ਨੇ ਜਿਹੜੇ ਰਹਿ ਰਹੇ ਨੇ ਉਹਨਾਂ ਬੜੀ ਇਹਨੂੰ ਪਿਆਰ ਮੁਹੱਬਤ ਨਾਲ ਰੱਖਿਆ। ਤੇ ਪੁੱਛਨੇ ਆ ਇਸ ਘਰ ਦੀਆਂ ਯਾਦਾਂ ਸਾਡੇ ਨਾਲ ਬਜ਼ੁਰਗ ਨੇ। ਚਾਚਾ ਜੀ ਕੀ ਨਾਂ ਤੁਹਾਡਾ? ਅਬਦੁਲ ਰਜ਼ਾਕ, ਵਾਲਦ ਸਾਹਿਬ ਦਾ ਨਾਂ? ਮੁਹੰਮਦ ਸਦੀਕ। ਤੇ ਤੁਸੀਂ ਉੱਥੋਂ ਮਾਈਗ੍ਰੇਟ ਕਰਕੇ ਆਏ ਸੋ ਇੰਡੀਆ ਚੋਂ? ਨਹੀਂ, ਮੇਰੀ ਪੈਦਾਇਸ਼ ਇੱਧਰ ਦੀ ਪਾਕਿਸਤਾਨ ਦੀ। ਵਾਹ ਜੀ ਵਾਹ। ਤੇ ਇਹ ਵਾਲਦ ਸਾਹਿਬ ਆਏ ਸਨ ਤੁਹਾਡੇ? ਯਾਦਾਂ ਬਸ ਬਿਹਤਰੀਨ ਖੂਬਸੂਰਤ ਘਰ ਹੈ ਬਣਿਆ, ਬਸ ਠੀਕ ਹੈ। ਅੱਛਾ, ਯਾਦਗਾਰ ਹੈ ਹਿੰਦੀ ਸਿੱਖਾਂ ਦੀ ਬਣੀ ਇੱਥੇ ਰਹੇਗੀ। ਤੁਹਾਡਾ ਕੀ ਨਾਂ ਹੈ ਜੀ? ਰਾਣਾ ਮੁਸ਼ਤਾਕ ਮਰਾਠਾ। ਅੱਛਾ ਰਾਣਾ ਸਾਹਿਬ, ਤੁਸੀਂ ਥੋੜਾ ਜਿਹਾ ਦੱਸੋਗੇ ਇਸ ਘਰ ਦੇ ਬਾਰੇ ਦੇ ਵਿੱਚ ਕਿ ਮਤਲਬ ਪੂਰੇ ਪਿੰਡ 'ਚ ਹੋਰ ਵੀ ਕਿਸੇ ਦੇ ਘਰ ਵਾਲੇ ਹੈ ਕਿ ਨਹੀਂ, ਮੋਗੇ ਨੇ? ਖਤਮ ਹੀ ਹੋ ਗਏ ਨੇ ਸ਼ਾਇਦ ਹੀ। ਹਾਂਜੀ ਬਿਲਕੁਲ, ਹਾਂਜੀ ਬਿਲਕੁਲ। ਤੁਹਾਡਾ ਨਾਂ ਦੱਸਿਓ ਆਪਣਾ। ਮੇਰਾ ਨਾਮ ਮਾਸਟਰ ਗੁਲਜ਼ਾਰ ਅਹਿਮਦ ਮਰਾਠਾ ਜੀ। ਅੱਛਾ ਅੱਛਾ, ਤੁਸੀਂ ਥੋੜਾ ਦੱਸ ਦਿਓ ਨਾ ਆਪਣਾ ਪਿਛਲੇ ਕਿੱਥੋਂ ਆਏ? ਮੇਰਾ ਪਿੰਡ ਜਿਹੜਾ ਨਾ ਬਾਊ ਦਾ ਸਵਾਨ ਹੈ, ਤਹਿਸੀਲ ਪਾਣੀਪਤ, ਜ਼ਿਲ੍ਹਾ ਕਰਨਾਲ। ਵਾਲਦ ਸਾਹਿਬ ਸਾਡੇ ਉੱਥੋਂ ਪਾਰਟੀਸ਼ਨ ਇੱਧਰ ਆਏ ਸਨ ਮਾਈਗ੍ਰੇਟ ਹੋ ਕੇ। ਹੋਰ ਕੀ ਦੱਸ ਦਿਓ ਉਸ ਪਿੰਡ ਦੇ ਵੱਲ ਕਿੰਨੇ ਕੁ ਉੱਥੇ ਮੁਸਲਮਾਨ ਸਨ? ਕੌਣ? ਤਕਰੀਬਨ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ। ਫਿਰ ਮੁਸਲਮਾਨ ਉੱਥੋਂ ਜ਼ਾਹਿਰ ਹੈ ਫਿਰ ਸਾਰੇ ਉੱਥੋਂ ਉੱਠੇ, ਲੇਕਿਨ 6 ਮਹੀਨੇ ਕੈਂਪਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰੀ ਬੜੀ। ਹਾਂਜੀ ਹਾਂਜੀ। ਫਿਰ ਇਹ ਘਰ ਇੱਥੇ ਵਾਲਦ ਸਾਹਿਬ ਨੂੰ ਅਲਾਟ ਹੋਇਆ। ਹਾਂਜੀ, ਸਾਡੇ ਸਾਰੇ ਭਾਈਆਂ ਦੀ
ਪਦਾਇਸ਼ ਇੱਥੇ ਹੀ ਹੋਈ ਹੈ। ਅੱਗੋਂ ਫਿਰ ਇਸੇ ਅੱਗੇ ਵੱਡੇ ਭਾਈ ਨੇ ਫਿਰ ਦੇ ਕੇ ਅਸੀਂ ਤੇ ਬਾਹਰ ਜਿਹੜਾ ਡੇਰਾ ਸੀ ਫਿਰ ਅਸੀਂ ਡੇਰੇ ਜ਼ਾਹਰੇ ਫਿਰ ਉੱਥੇ ਆਪਣਾ ਡੇਰੇ ਨੂੰ ਰਿਹਾਇਸ਼ ਕਨਵਰਟ ਕੀਤਾ। ਠੀਕ ਹੋ ਗਿਆ, ਹਾਂਜੀ ਸਹੀ ਹੋ ਗਿਆ। ਅੱਛਾ ਚਾਚਾ ਜੀ ਤੁਸੀਂ ਥੋੜਾ ਦੱਸੋ ਕਿ ਤੁਹਾਨੂੰ ਵਾਲਦ ਸਾਹਿਬ ਦੀ ਕਿਉਂ ਯਾਦ ਨੇ ਗੱਲਾਂ ਜਦੋਂ ਉਧਰੋਂ ਆਏ ਤੇ ਕੋਈ ਥੋੜਾ ਬਹੁਤਾ ਕੀ ਦੱਸ ਦਿੰਦੇ ਸਨ? ਦੱਸ ਦਿਨ ਜਦੋਂ ਵੀ ਅਸੀਂ ਉੱਥੋਂ ਜੁੜ ਕੇ ਆਏ ਹਾਂ ਇਸ ਤਰੀਕੇ ਨਾਲ ਅਸੀਂ ਜੁੜ ਕੇ ਆਏ ਹਾਂ। ਬੜੀ ਤਕਲੀਫਾਂ ਕੱਟੀਆਂ ਨੇ, ਬੜੀ ਮੁਸ਼ਕਲਾਂ ਨਾਲ ਇੱਥੇ ਪਹੁੰਚੇ। 6 ਮਹੀਨੇ ਬਾਅਦ ਆ ਕੇ ਸਾਡੀ ਮੁਲਾਕਾਤ ਵਾਲਦਾ ਨਾਲ ਹੋਈ ਹੈ ਲਾਹੌਰ ਆ ਕੇ। ਹਾਂ ਅੱਛਾ ਜਦੋਂ ਉੱਥੋਂ ਆਏ ਨੇ ਕੋਈ ਮੁਲਾਕਾਤ ਨਹੀਂ? ਕੋਈ ਮੁਲਾਕਾਤ ਨਹੀਂ। ਪਾਰਟੀਸ਼ਨ ਦੇ ਵਿੱਚ ਤੇ ਬੜੀ ਮੁਸ਼ਕਲਾਂ ਸਨ। ਵਾਲਦ ਕਿਤੇ ਵਾਲਦਾ ਕਿਤੇ ਆਪਣੇ ਜੀਆਂ ਦੇ ਨਾਲ ਫਿਰ ਉਧਰੋਂ ਉਧਰੀ ਕਿਤੇ 2-2 ਮਹੀਨੇ ਦੇ ਬਾਅਦ ਜਾ ਕੇ ਤੇ ਫਿਰ ਮੁਲਾਕਾਤਾਂ ਹੋਈਆਂ। ਤੇ ਪਤਾ ਨਹੀਂ ਲੱਗਾ ਉੱਥੇ ਨਾ ਤੇ ਟੈਲੀਫੋਨ ਸੀ ਉਸ ਦੌਰ ਦੇ ਵਿੱਚ, ਨਾ ਇਸ ਤਰ੍ਹਾਂ ਹੀ ਪੁੱਛ ਗਏ ਨੇ ਫਲਾਣੇ ਪਿੰਡ ਦਾ ਕੈਂਪ ਕਿੱਥੇ ਬੈਠਾ ਜੀ, ਉਹਨਾਂ ਨੇ ਫਲਾਣੇ ਪਿੰਡ ਦਾ ਕੈਂਪ ਜੀ ਫਲਾਣੇ ਥਾਂ ਬੈਠਾ। ਉਹ ਇਸ ਤਰ੍ਹਾਂ ਇੱਕ ਦੂਜੇ ਨੂੰ ਫਿਰ ਉਦੋਂ ਮਿਲੇ ਨੇ। ਤੇ ਰਾਣਾ ਸਾਹਿਬ ਜਿਸ ਤਰ੍ਹਾਂ ਕਿ ਅੱਗੇ ਗੱਲਾਂ ਹੋ ਰਹੀਆਂ ਸਨ ਤੁਹਾਡਾ ਉਧਰ ਵੀ ਮਾਸ਼ਾਅੱਲਾ ਕਾਫੀ ਰਕਬਾ ਸੀ, ਤੁਹਾਡੇ ਠੀਕ ਠਾਕ ਸਨ ਤੇ ਛੱਡਣਾ ਬੜਾ ਮੁਸ਼ਕਲ ਸੀ ਨਾ? ਬਲਕਿ ਇੱਥੋਂ ਨਾਲੋਂ ਸਾਡਾ ਰਕਬਾ ਵਾਲਾ ਸਭ ਦੱਸਦੇ ਨੇ ਉੱਥੇ ਜ਼ਿਆਦਾ ਸੀ। ਇੱਥੇ ਦੇ ਯੂਨਿਟਾਂ ਦੇ ਹਿਸਾਬ ਨਾਲ 50-55 ਏਕੜ ਸਾਡੇ ਵਾਲਾ ਸਾਹਿਬ ਨੂੰ ਰਕਬਾ ਅਲਾਟ ਹੋਇਆ, ਇਹ ਉੱਥੇ ਤੇ ਬਹੁਤ ਜ਼ਿਆਦਾ ਸੀ। ਹੁਣ ਡਬਲ ਟ੍ਰਿਪਲ? ਹਾਂਜੀ ਟ੍ਰਿਪਲ ਸੀ ਬਿਲਕੁਲ। 5 ਯੂਨਿਟਾਂ ਦਾ ਲਾਟ ਹੋਈ ਹੈ ਜੀ। ਉੱਥੇ 17 ਯੂਨਿਟ ਬਣਾਉਣ ਪਿੱਛੋਂ ਕਿੱਲੇ ਦੇ, ਵਾਹ ਜੀ ਵਾਹ। 3.5 ਕਿੱਲੇ ਦਾ ਇੱਕ ਕਿੱਲਾ। ਅੱਜ ਵੀ ਤੁਸੀਂ ਤੇ ਬੇਸਿਕਲੀ ਤੁਹਾਡਾ ਤੇ ਉੱਥੇ ਜ਼ਿਆਦਾ ਫਿਰ ਕੰਮ। ਲਾਸ ਹੋਇਆ ਸਾਡੇ ਚਬਾਰੇ ਹਨ ਉੱਥੇ। ਅੱਛਾ ਦੇਖੋ ਸਾਡੇ ਪਿੰਡ ਦੇ ਜਿਹੜੇ ਜੀ ਨੂੰ ਵੀ ਦੱਸ ਦੇਣ ਸਾਡੇ ਚਬਾਰੇ ਹਨ ਪਿੱਛੇ। ਚਲੋ ਇੱਥੇ ਠੀਕ ਅੱਲਾ ਸ਼ੁਕਰ ਹੈ। ਆਨੇ ਉਹ ਤਾਂ ਅੱਲਾ ਦਾ ਸ਼ੁਕਰ ਹੀ ਕਰਨਾ ਚਾਹੀਦਾ। ਜ਼ਾਹਰ ਕਲਮੇ ਦੀ ਖਾਤਰ ਸਭ ਕੁਝ ਛੱਡ ਕੇ ਹਾਂਜੀ। ਅੱਛਾ ਤੇ ਪਿੰਡੋਂ ਉੱਠ ਕੇ ਆਏ ਨੇ ਨਾ ਬੰਦੇ, ਸਾਡੇ ਜਿਹੜੇ ਪਿੰਡੋਂ ਉੱਠ ਕੇ ਆਏ ਨੇ ਉਹ ਰਹਿੰਦੇ ਨੇ ਲਾਹੌਰ। ਉਹਨਾਂ ਕੋਲ ਅਸੀਂ ਗਏ, ਉਹਨਾਂ ਸਾਨੂੰ ਦੱਸਿਆ ਸੀ ਵੀ ਤੁਹਾਡਾ ਜਿਹੜਾ ਡੇਰਾ ਨਾ ਬਾਹਰਲਾ ਉੱਥੋਂ 100 ਮੱਝ ਤੁਹਾਡੀ ਨਿਕਲਦੀ ਹੈ। ਵਾਹ ਸਾਡੇ ਵਾਲ ਸਾਹਿਬ ਦੀ ਨਾ 100 ਮੱਝ ਸਾਡੇ ਡੇਰੇ ਤੋਂ ਨਿਕਲਦੀ। ਕੀ ਬਾਤ ਹੈ। ਲੰਬੜਦਾਰ ਸੀ ਸਾਡਾ ਅੱਬਾ ਉੱਥੋਂ ਦਾ ਵੀ, ਤੇ ਇੱਥੇ ਵੀ ਆ ਗਿਆ ਲੰਬੜਦਾਰ। ਕੀ ਨਾਂ ਤੁਹਾਡੇ ਵਾਲਦ ਸਾਹਿਬ ਦਾ? ਚੌਰੀ ਮੁਹੰਮਦ ਸਦੀਕ ਲੰਬੜਦਾਰ। ਤੇ ਦਾਦਾ ਜੀ ਦਾ ਨਾਂ? ਇਬਰਾਹੀਮ। ਵਾਹ ਜੀ ਵਾਹ ਜਨਾਬ। ਅੱਛਾ ਜਿਹੜੀ ਨਾ ਮਰਾਠਿਆਂ ਦੇ ਨਾਂ ਤੋਂ ਮਸ਼ਹੂਰ ਹੈ। ਤੁਹਾਡੇ ਕਿਸੇ ਨੂੰ ਆਲ ਦੁਆਲੇ ਵੀ ਪੁੱਛੋਗੇ ਨਾ ਕਿ ਯਾਰ ਤੁਹਾਡੇ ਮਰਾਠੇ ਬੈਠੇ ਨੇ, ਤੇ ਬਸ ਉਹ ਸਾਡੀ ਹਾਲ ਉਹੀ ਚੱਲਦੀ ਵੀ ਆ ਰਹੀ ਹੈ। ਅੱਗੋਂ ਵੱਡੇ ਭਾਈ ਵੀ ਇਲੈਕਸ਼ਨ ਲੜਦੇ ਨੇ ਚੇਅਰਮੈਨ ਦਾ, ਤੇ ਇਹਨਾਂ ਦੇ ਰਾਣਾ ਮੁਸ਼ਤਾਕ ਨੇ ਮਰਾਠਾ। ਹਾਂਜੀ ਉਸ ਤਰ੍ਹਾਂ ਰਾਣੇ ਦਾ ਨਾਂ ਤੇ ਕਾਫੀ ਪਿੰਡ ਰਾਣੇ ਦਾ ਕਾਫੀ ਰਾਜਪੂਤ ਨੇ, ਹੋ ਸਕਦਾ ਨਾ ਕੋਈ ਜਾਣੇ, ਲੇਕਿਨ ਜਦੋਂ ਹਲ ਤੋਂ ਬੁਲਾਇਆ ਜਾਏ ਕਿ ਮਰਾਠੇ ਯਾਰ ਉਹਨਾਂ ਕੇ ਢੋਡੇ। ਹਾਂਜੀ ਬਿਲਕੁਲ। ਅੱਛਾ ਤੇ ਥੋੜਾ ਜਿਹਾ ਮੈਂ ਤੁਹਾਡੇ ਕੋਲ ਪੁੱਛਾਂਗਾ ਕਿ ਜ਼ਾਰੀ ਬਾਤ ਤੁਸੀਂ ਉਹਦੇ ਕੋਈ ਰਕਬਾ ਸੀ, ਤੁਸੀਂ ਅਮੀਰ ਸੋਦਰੀ ਤੇ ਕੋਈ ਲੈ ਕੇ ਵੀ ਆਏ ਬਜ਼ੁਰਗ ਕਿ ਨਹੀਂ? ਕੁਛ ਨਹੀਂ ਸਵਾਏ ਤਨ ਦੇ ਕੱਪੜਿਆਂ ਦੇ, ਕੁਛ ਨਹੀਂ, ਬਲਕਿ ਰਾਹ 'ਚ ਆ ਕੇ ਮਜ਼ਦੂਰੀਆਂ ਟਾਈਪ ਕੀਤੀਆਂ ਨੇ ਭਈ ਆਪਣਾ 2 ਵਕਤ ਦੀ ਰੋਟੀ ਜਿਹੜਾ ਗੁਜ਼ਾਰ ਖਾ ਲਈ। ਕਿਉਂ ਚਾਚਾ ਜੀ? ਕੋਈ ਚੀਖ ਦਾ ਆਵਾਜ਼ ਨਹੀਂ ਲੈ ਕੇ ਆ ਗਏ, ਬਿਲਕੁਲ ਖਾਲੀ ਹੱਥ ਆਏ ਨੇ ਬਿਲਕੁਲ। ਹਾਂਜੀ ਉਹਨਾਂ ਲਾਂ ਦਿੱਤੀ ਨਹੀਂ ਹੈਗੀ ਉਹਨਾਂ ਫੌਜੀਆਂ ਨੇ, ਡੋਗਰੇ ਦਾ ਨਾ ਤੇ ਗੋਰਖੇ ਦਾ। ਤੇ ਤੁਸੀਂ ਫਿਰ ਆਪਣੇ ਫਿਰ ਨਵੇਂ ਸਿਰੇ ਤੋਂ ਉੱਠੇ ਇੱਥੇ? ਅਸੀਂ ਨਵੇਂ ਸਿਰ ਤੇ ਇੱਥੇ ਆ ਗਿਆ, ਬਾਅਦ ਹੋਇਆ ਨਵੇਂ ਸਿਰ ਤੇ ਉੱਠੇ ਆਏ। ਸਾਡੀ ਵਾਲਦਾ ਦੱਸਦੀ ਨੇ ਵੀ ਕੰਨ ਦੇ ਵਿੱਚ ਜਿਹੜਾ ਕੋਈ ਜ਼ੇਵਰ ਸੀ ਅਸੀਂ ਉਹ ਵੀ ਲਾ ਕੇ ਰੱਖ ਛੜਿਆ ਵੀ ਕੋਈ ਰਾਹ 'ਚ ਕੋਈ ਖੋਹ ਨਾ ਲਵੇ, ਕੰਨ ਨਾ ਕੋਈ ਪਾੜ ਦੇਵੇ। ਇੰਨੇ ਭੈੜੇ ਹਾਲਾਤ 'ਚ ਇੱਥੇ ਆਏ। ਤੇ ਚਲੋ ਇਹ ਵੀ ਸ਼ੁਕਰ ਹੈ ਕਿ ਜੱਥਿਆਂ ਕੋ ਬਚ ਗਏ। ਹਾਂਜੀ ਬਸ ਸ਼ੁਕਰ ਅੱਲਾ ਦਾ। ਇੱਜ਼ਤ ਤੇ ਆਬਰੂ ਤੇ ਜ਼ਿੰਦਗੀ ਲੈ ਕੇ ਆ ਹਾਂਜੀ ਗਏ। ਹਾਂ ਬਿਲਕੁਲ। ਉਹ ਸਾਰੇ ਪਿੰਡ ਦੇ ਜਿਹੜੇ ਕੈਂਪ ਸੀ ਨਾ ਉਹ ਇਕੱਠੇ ਦੇ ਇਕੱਠੇ ਫਿਰ ਰਲੇ ਸਰਬੰਧ ਜਿੱਧਰ ਨੂੰ। ਇਹ ਤਾਂ ਪਤਾ ਹੀ ਨਹੀਂ ਸੀ ਵੀ ਜਾਣਾ ਕਿੱਥੇ ਹੈ, ਤੇ ਉਹ ਇਸੇ ਤਰ੍ਹਾਂ ਹੀ ਗੱਡੀਆਂ 'ਚ ਬਹਿ ਕੇ ਕਦੇ ਕਿਸੇ ਕੈਂਪ 'ਚ ਗੱਡੀਆਂ 'ਚ ਬਹਿ ਕੇ ਅੱਗੋਂ ਕਿਤੇ ਲਾਹੌਰੋਂ ਫਿਰ ਜਿੱਥੇ ਵੇਖਿਆ ਵੀ ਯਾਰ ਫਲਾਣਾ ਕਿਤੇ ਬੈਠਾ, ਫਲਾਣੇ ਕਿਹੜੇ ਕੈਂਪ 'ਚ, ਉਹਨਾਂ ਕਿਹਾ ਚਲੋ ਯਾਰ ਉੱਧਰ ਚੱਲੀਏ। ਇਸ ਤਰ੍ਹਾਂ ਫਿਰ ਇੱਥੇ ਉਹ ਸਾਡੇ ਮੁਕੱਦਰਾਂ ਦੇ ਵਿੱਚ ਸੀ ਇਹ ਟੋਡਾ ਪਿੰਡ, ਹੁਣ ਫਿਰ ਇੱਧਰ ਆ ਗਏ ਵਾਲਾ ਸਾਹਿਬ। ਹੁਣ ਤੁਹਾਡਾ ਹੀ ਆਪਣਾ ਪਿੰਡ? ਹਾਂਜੀ ਟੋਡਾ ਹੀ ਹੁਣ ਬਿਲਕੁਲ। ਹਾਂਜੀ ਕਿਉਂ ਰਾਣਾ ਸਾਹਿਬ ਆਪਣਾ ਹੁਣ ਟੋਡਾ ਜਿਹੜਾ ਹੈ ਇਹ ਇੱਥੇ ਜਦੋਂ ਤੁਸੀਂ ਆਏ ਤੇ ਉਦੋਂ ਤੇ ਹੁਣ ਯਾਨੀ ਜਦੋਂ ਤੂੰ ਅੱਖ ਖੋਲੀ ਕੋਈ ਵੱਡਾ ਹੋਇਆ ਛੋਟਾ ਹੋਇਆ ਕੀ? ਨਹੀਂ ਅੱਲਾ ਸ਼ੁਕਰ ਵੱਡਾ ਹੋਇਆ, ਪਿੰਡ ਵੱਡਾ ਹੋਇਆ। ਪਿੰਡ ਵੱਡਾ ਹੋਇਆ, ਸਹੂਲਤਾਂ ਹੋਈਆਂ, ਸੜਕਾਂ ਬਣ ਗਈਆਂ। ਅੱਲਾ ਸ਼ੁਕਰ। ਸਕੂਲ ਹੈ, ਲੜਕਿਆਂ ਦਾ ਹਾਈ ਸਕੂਲ ਹੈ, ਲੜਕੀਆਂ ਦਾ ਹਾਈ ਸਕੂਲ ਗਵਰਨਮੈਂਟ ਦਾ, ਬਲਕਿ ਪ੍ਰਾਈਵੇਟ ਤੇ ਕਾਲਜ ਵੀ ਪੈ ਗਏ ਨੇ, ਤੇ ਡਿਸਪੈਂਸਰੀ ਹੈ ਬੇਸਿਕ ਹੈਲਥ ਯੂਨਿਟ ਗਵਰਨਮੈਂਟ ਦਾ। ਕਾਫੀ ਸਹੂਲਤਾਂ ਹੋ ਗਈਆਂ। ਪਹਿਲਾਂ ਤਾਂ ਜਦੋਂ ਸਾਡੇ ਅੱਖੀਂ ਵੇਖਣ ਦੀ ਤਬਦੀਲੀ ਬਹੁਤ ਜ਼ਿਆਦਾ ਆਈ ਹੈ। ਇਸ ਤੋਂ ਪਹਿਲੇ ਜਦੋਂ ਅਸੀਂ ਛੋਟੇ ਸਾਂ, ਜਿਸ ਤਰ੍ਹਾਂ ਬੱਚੇ ਨੇ, ਰਸਤਾ ਹੀ ਕੋਈ ਨਹੀਂ ਸੀ। ਪਾਣੀ ਆਉਂਦਾ ਹੁੰਦਾ ਡੇਕ ਦਾ ਪਾਣੀ 2-2 ਮਹੀਨੇ ਬਾਹਰ ਪਾਣੀ ਫਿਰਦਾ ਹੁੰਦਾ ਸੀ। ਅੱਜ ਇੱਥੇ ਹੁਣ ਤੁਸੀਂ ਚਾਹ ਪੀਤੀ ਹੈ, ਇਹ ਵੀ ਹਾਲਾਂਕਿ ਨਵੇਂ ਮਕਾਨ ਨੇ ਮੇਰੇ, ਇਹ ਵੀ ਡੈਮੇਜ ਹੋ ਗਏ ਨੇ ਪਾਣੀ ਦੀ ਵਜ੍ਹਾ ਨਾਲ। ਇੱਧਰੋਂ ਪਾਣੀ ਆਉਂਦਾ ਸੀ ਸਾਰਾ। ਤੇ ਉੱਥੇ ਜਿਹੜਾ ਤੁਹਾਡਾ ਹੈ ਸੀ ਉਹ ਕਿੱਡਾ ਕੁ ਵੱਡਾ ਪਿੰਡ ਸੀ? ਵਾਲਾ ਸਾਹਿਬ ਕੀ ਦੱਸ? ਦੱਸ ਰਹੇ ਹੋ, ਵੇਖਿਆ ਤਾਂ ਨਹੀਂ ਅਸੀਂ ਹੁਣ ਉਹਨਾਂ ਕੋਲੋਂ। ਅਸੀਂ ਤੇ ਭੁੱਲ ਗਏ ਹਾਂ ਵੀ ਇੱਥੋਂ ਤੱਕ ਆਉਂਦੇ ਵੀ ਪਿੰਡ ਵੀ ਕਾਫੀ ਵੱਡਾ ਸੀ, ਬਲਕਿ ਆਉਂਦੇ ਸਨ ਗੱਡੀ ਦੀ ਲਾਈਨ ਵੀ ਕੋਲੋਂ ਦੀ, ਸਟੇਸ਼ਨ ਵੀ ਸੀ। ਹਾਂਜੀ ਸਟੇਸ਼ਨ ਸੀ ਕੋਲ ਕੋਈ? ਹਾਂਜੀ ਸਟੇਸ਼ਨ ਕਿਹੜਾ ਸਟੇਸ਼ਨ? ਪਿੰਡੋਂ ਚੜ੍ਹਦੇ ਪਾਸੇ ਪਿੰਡ ਉਹ ਬਾਗਵਾ ਸਟਾਣਾ ਸਟੇਸ਼ਨ ਖਵਾਉਂਦਾ ਜੀ। ਠੀਕ ਹੈ। ਹਾਂਜੀ ਪਿੰਡੋਂ ਚੜ੍ਹਦੇ ਪਾਸੇ ਸਟੇਸ਼ਨ ਦੀ, ਲਹਿੰਦੇ ਪਾਸੇ ਸੜਕ ਜਾਂਦੀ ਦਿੱਲੀ ਤੋਂ। ਠੀਕ ਹੋ ਗਿਆ। ਹਾਂਜੀ
ਭਾਊ ਦਾ ਸਵਾਣਾ ਹੀ ਬੋਲਦੇ ਨੇ ਹਾਂਜੀ। ਤਹਿਸੀਲ ਪਾਣੀਪਤ, ਜ਼ਿਲ੍ਹਾ ਕਰਨਾਲ, ਹਾਂਜੀ ਇਹ ਦੱਸਦੇ ਨੇ ਜੀ। ਬਾਉ ਦਾ ਸਵਾਨਾ ਜੀ, ਦੋਸਤ ਜਿਹੜੇ ਅਗਰ ਉੱਥੋਂ ਦੇ ਕੋਈ ਵੇਖ ਰਹੇ ਨੇ ਤੇ ਜ਼ਰਾ ਵੇਖਣਾ ਕਿ ਹਲੇ ਵੀ ਪਿੰਡ ਉੱਥੇ ਕਿਸ ਤਰ੍ਹਾਂ ਦਾ ਹੈਗਾ, ਬਲਕਿ ਕੋਈ ਉੱਥੋਂ ਦਾ ਰਾਬਤਾ ਹੋ ਸਕੇ ਕਿਸੇ ਨਾਲ ਤੇ ਕੋਈ ਵੀਡੀਓ ਬਣਾ ਕੇ ਸਾਨੂੰ ਦੱਸਣਾ ਤੇ ਅਸੀਂ ਵੀ ਜਨਾਬ ਇੱਧਰ ਦਾ ਤੁਹਾਨੂੰ ਤਾਂ ਕਿ ਜਿਹੜਾ ਨਾ ਉਹ ਜਿਹੜੇ ਯਾਦਾਂ ਨੇ ਸਾਡੇ ਬਜ਼ੁਰਗਾਂ ਦੀਆਂ ਉਹ ਥੋੜ੍ਹੀਆਂ ਜਿਹੀ ਅਸੀਂ ਸ਼ੇਅਰ ਕਰ ਸਕੀਏ। ਤੇ ਇਹ ਜਨਾਬ ਅੱਜ ਦੀ ਵੀਡੀਓ ਦਾ ਮਕਸਦ ਇਹ ਸੀ ਕਿ ਤੁਹਾਨੂੰ ਉਹ ਘਰ ਵਿਖਾਈਏ ਸਰਦਾਰ ਸੂਬੇਦਾਰ ਠਾਕੁਰ ਸਿੰਘ ਦਾ, ਕਿ ਜਿਹੜਾ ਅੱਜ ਵੀ ਵੇਖੋ ਉਸੇ ਤਰ੍ਹਾਂ ਜਾਲੀਆਂ ਤੋਂ ਉਹਨਾਂ ਦਾ ਨਾਂ ਲਿਖਿਆ, ਕਿੱਡੇ ਰੀਝਾਂ ਨਾਲ ਬਣਿਆ। ਤੇ ਫਿਰ ਅੱਛੀ ਗੱਲ ਹੈ ਕਿ ਜਿਹੜੇ ਘਰ ਦੇ ਇਸ ਤੇ ਬਾਸੀ ਨੇ ਜਿਹੜੇ ਉਧਰੋਂ ਆਏ ਸਨ ਬਜ਼ੁਰਗ 47 ਚ, ਉਹਨਾਂ ਵੀ ਇਹਨੂੰ ਜਿਹੜਾ ਨਾ ਛੇੜਿਆ ਨਹੀਂ ਹੈਗਾ, ਬਲਕਿ ਇਹਦੀ ਹਿਫਾਜ਼ਤ ਕੀਤੀ ਹੈ। ਮੁਹੱਬਤ ਦੀ ਨਿਸ਼ਾਨੀ ਕਹਿ ਲਵੋ ਜਾਂ ਆਪਣਾ ਪਿਆਰ ਮੁਹੱਬਤ ਕਹਿ ਲਓ, ਦੋਵਾਂ ਪਾਸਿਆਂ ਦੀ। ਤੇ ਇਹ ਸੀ ਅੱਜ ਦੀ ਵੀਡੀਓ ਜਿਹਦੇ ਤੁਹਾਨੂੰ ਥੋੜਾ ਜਿਹਾ ਤੁਹਾਡਾ ਰਾਬਤਾ ਤੇ ਸਾਡਾ ਵੀ ਘਰ ਸਾਨੂੰ ਵਿਖਾ ਹੜੋ। ਆਹੋ ਹੀ ਕਹਿਣਾ ਜੀ, ਬਜ਼ੁਰਗਾਂ ਦਾ ਅਗਰ ਘਰ ਹੋ ਤੁਹਾਨੂੰ ਦੱਸਿਆ ਉਹ ਪਿੰਡ ਦਾ ਨਾਮ ਵੀ ਸਾਰਾ ਕੁਝ, ਤੇ ਜੇ ਕੋਈ ਘਰ ਪੱਤਰ ਹੈਗਾ ਤੇ ਸਾਨੂੰ ਰਾਬਤਾ ਕਰੋ ਤਾਂ ਕਿ ਜਿਹੜਾ ਨਾ ਅਸੀਂ ਇਹਨਾਂ ਦਾ ਉਹਨਾਂ ਦਾ ਘਰ ਤੁਹਾਨੂੰ ਵਹਾ ਤੇ ਤੁਸੀਂ ਸਾਨੂੰ ਜਿਹੜਾ ਨਾ ਇਹਨਾਂ ਆਪਣਾ ਜਿਹੜੇ ਹੈਗੇ ਨੇ ਸਾਡੇ ਭਾਈ ਇਹਨਾਂ ਦਾ ਘਰ ਵਹਾ ਦਿਓ। ਆਪਣਾ ਖਿਆਲ ਰੱਖਣਾ, ਰੱਬ ਰਾਖਾ।